नमस्कार, दूरदर्शन खबरां 'ਚ ਆਪ ਸਭ ਦਾ ਸਵਾਗਤ। ਮੈਂ ਜਤਿੰਦਰ ਸਿੰਘ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੀ ਮਦਦ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਕਾਰੋਬਾਰ ਵਿੱਚ ਕੀਤਾ ਵਾਧਾ। ਕੇਂਦਰ ਸਰਕਾਰ ਨੇ ਰਾਸ਼ਨ ਦੀਆਂ ਦੁਕਾਨਾਂ ਸਮੇਤ ਹੋਰਨਾਂ ਮਾਧਿਅਮਾਂ ਰਾਹੀਂ ਫੋਰਟੀਫਾਈਡ ਚੌਲ ਵੰਡਣ ਦੀ ਤਜਵੀਜ਼ ਨੂੰ ਦਿੱਤੀ ਮਨਜ਼ੂਰੀ। ਕੇਂਦਰੀ ਸਿਹਤ ਮੰਤਰਾਲਾ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ 10 ਅਪ੍ਰੈਲ ਤੋਂ ਬੂਸਟਰ ਡੋਜ਼ ਦੀ ਸਹੂਲਤ ਦੇਣ ਦਾ ਐਲਾਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੰਜਾਬ ਵਿੱਚ ਕੇਂਦਰ ਸਰਕਾਰ ਨੇ ਹੁਣ ਤੱਕ 76,156 ਮਕਾਨਾਂ ਤੇ ਖਰਚ ਕੀਤੇ 1,605 ਕਰੋੜ ਰੁਪਏ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੀ ਅੱਜ 7ਵੀਂ ਵਰ੍ਹੇਗੰਢ ਹੈ। ਇਸ ਯੋਜਨਾ ਦੀ ਸ਼ੁਰੂਆਤ 8 ਅਪ੍ਰੈਲ 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਸੀ। ਉਸ ਵੇਲੇ ਸਬਕਾ ਸਾਥ ਸਬਕਾ ਵਿਕਾਸ ਦੀ ਭਾਵਨਾ ਨਾਲ ਸ਼ੁਰੂ ਇਸ ਯੋਜਨਾ ਦਾ ਮੰਤਵ ਗੈਰ ਕਾਰਪੋਰੇਟ, ਗੈਰ ਖੇਤੀਬਾੜੀ, ਛੋਟੀਆਂ ਤੇ ਸੂਖਮ ਸਨਅਤਾਂ ਨੂੰ ਮਾਲੀ ਮਦਦ ਦੇਣਾ ਸੀ। ਯੋਜਨਾ ਤਹਿਤ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾਂਦੇ ਨੇ। ਲਾਭਪਾਤਰੀ ਇਸ ਸਕੀਮ ਤਹਿਤ ਕਾਰੋਬਾਰ ਵਧਾਉਣ ਲਈ ਹੋਰ ਕਰਜ਼ਾ ਵੀ ਲੈ ਸਕਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁਦਰਾ ਯੋਜਨਾ ਨੇ ਵੱਡੀ ਗਿਣਤੀ ਵਿੱਚ ਦੇਸ਼ ਵਾਸੀਆਂ ਨੂੰ ਆਪਣਾ ਹੁਨਰ ਪ੍ਰਦਰਸ਼ਨ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਮੌਕਾ ਦਿੱਤਾ ਹੈ। ਆਪਣੇ ਟਵੀਟ ਵਿੱਚ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਨੇ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆਉਂਦਿਆਂ ਉਹਨਾਂ ਵਿੱਚ ਖੁਸ਼ਹਾਲੀ ਤੇ ਆਤਮ ਸਨਮਾਨ ਨੂੰ ਵਧਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਜ਼ਮੀਨੀ ਪੱਧਰ ਤੇ ਉਦਮਿਤਾ ਵਧਾਉਣ ਅਤੇ ਆਰਥਿਕ ਸਸ਼ਕਤੀਕਰਨ ਦੇ ਨਾਲ ਹੀ ਰੋਜ਼ਗਾਰ ਪੈਦਾ ਕਰਨ ਨੂੰ ਉਤਸ਼ਾਹਿਤ ਕਰ ਰਹੀ ਹੈ। ਕੇਂਦਰੀ ਖਜ਼ਾਨਾ ਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਇਸ ਯੋਜਨਾ ਤਹਿਤ 34 ਕਰੋੜ 42 ਲੱਖ ਲੋਨ ਖਾਤਿਆਂ ਵਿੱਚ 18.5 ਲੱਖ ਕਰੋੜ ਤੋਂ ਵੱਧ ਦੀਆਂ ਰਕਮਾਂ ਜਾਰੀ ਕੀਤੀਆਂ ਗਈਆਂ ਨੇ। ਉਹਨਾਂ ਦੱਸਿਆ ਕਿ ਇਸ ਯੋਜਨਾ ਨਾਲ ਜਿੱਥੇ ਛੋਟੇ ਕਾਰੋਬਾਰੀਆਂ ਨੂੰ ਆਪਣਾ ਕੰਮ ਵਧਾਉਣ 'ਚ ਮਦਦ ਮਿਲੀ ਹੈ, ਉੱਥੇ ਹੇਠਲੇ ਪੱਧਰ ਤੇ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਏ ਨੇ। ਇਸ ਦੌਰਾਨ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਪੰਜਾਬ ਵਿੱਚ ਵੀ ਜ਼ਰੂਰਤਮੰਦ ਇਸ ਦਾ ਲਾਭ ਲੈ ਰਹੇ ਨੇ। ਇਸ ਯੋਜਨਾ ਤਹਿਤ 3 ਵਰਗਾਂ ਵਿੱਚ ਕਰਜ਼ ਦਿੱਤਾ ਜਾਂਦਾ ਹੈ। ਸ਼ਿਸ਼ੂ ਵਰਗ ਵਿੱਚ 50,000 ਰੁਪਏ, ਕਿਸ਼ੋਰ ਵਰਗ ਵਿੱਚ 50,000 ਤੋਂ ਵੱਧ ਅਤੇ 5 ਲੱਖ ਰੁਪਏ ਤੋਂ ਘੱਟ ਦੇ, ਤਰੁਣ ਵਰਗ ਵਿੱਚ 5 ਲੱਖ ਰੁਪਏ ਤੋਂ ਵੱਧ ਤੇ 10 ਲੱਖ ਰੁਪਏ ਤੱਕ ਦਾ ਕਰਜ਼ ਦਿੱਤਾ ਜਾਂਦਾ ਹੈ। ਜਲੰਧਰ ਵਿੱਚ ਕਈ ਜ਼ਰੂਰਤਮੰਦਾਂ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਕਰਜ਼ਾ ਲੈ ਕੇ ਆਪਣੇ ਕੰਮਕਾਰ ਨੂੰ ਵਧਾਇਆ ਹੈ। ਇੱਕ ਰਿਪੋਰਟ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦਾ ਮੰਤਵ ਸਮਾਜਿਕ ਨਿਆਂ ਨੂੰ ਯਕੀਨੀ ਬਣਾਉਂਦਿਆਂ ਸਬਕਾ ਸਾਥ ਸਬਕਾ ਵਿਕਾਸ ਦੀ ਭਾਵਨਾ ਨਾਲ ਲੋਕਾਂ ਨੂੰ ਲਾਭ ਪਹੁੰਚਾਉਣਾ ਹੈ। ਜਲੰਧਰ ਦੇ ਵੱਖ-ਵੱਖ ਇਲਾਕਿਆਂ ਵਿੱਚ ਇਸ ਯੋਜਨਾ ਤੋਂ ਲਾਭ ਲੈ ਕੇ ਆਪਣਾ ਕੰਮਕਾਰ ਸ਼ੁਰੂ ਕਰਨ ਵਾਲੇ ਲਾਭਪਾਤਰੀਆਂ ਦਾ ਕਹਿਣਾ ਹੈ ਕਿ ਯੋਜਨਾ ਨਾਲ ਉਹਨਾਂ ਦੀਆਂ ਕਈ ਸਮੱਸਿਆਵਾਂ ਦੂਰ ਹੋਈਆਂ ਨੇ। ਜਲੰਧਰ ਸ਼ਹਿਰ ਦੇ ਗੜਾ ਇਲਾਕੇ ਦੀ ਆਰਤੀ ਦਾ ਸੁਪਨਾ ਬਿਊਟੀ ਪਾਰਲਰ ਚਲਾਉਣ ਦਾ ਸੀ, ਪਰ ਇਸ ਲਈ ਉਸ ਕੋਲ ਪੈਸੇ ਨਹੀਂ ਸਨ। ਜਦੋਂ ਆਰਤੀ ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਸੰਬੰਧੀ ਜਾਣਕਾਰੀ ਮਿਲੀ ਤਾਂ ਉਸਨੇ ਬੈਂਕ ਤੋਂ ਲੋਨ ਲਿਆ ਅਤੇ ਅੱਜ ਉਹ ਰੋਜ਼ਾਨਾ ਚੰਗੀ ਆਮਦਨੀ ਹਾਸਲ ਕਰ ਰਹੀ ਹੈ। ਸਾਨੂੰ ਪਤਾ ਲੱਗਿਆ ਕਿ ਇੱਕ ਪ੍ਰਧਾਨ ਮੰਤਰੀ ਮੁਦਰਾ ਲੋਨ ਯੋਜਨਾ ਚੱਲ ਰਹੀ ਹੈ। ਉਸ ਦੇ ਬਾਰੇ ਫਿਰ ਅਸੀਂ ਬੈਂਕ ਦੇ ਵਿੱਚ ਗਏ, ਅਸੀਂ ਸਾਰੀ ਗੱਲਬਾਤ ਕੀਤੀ ਕਿ ਅਸੀਂ ਕੰਮ ਸਟਾਰਟ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਹੈਲਪ ਕੀਤੀ, ਮੈਨੂੰ ਸਾਰਾ ਗਾਈਡ ਵੀ ਕੀਤਾ ਕਿ ਕਿਆ ਡਾਕੂਮੈਂਟ ਚਾਹੀਏ, मतलब किस तरह होना है, किस तरह नहीं। और उन्होंने मेरा लोन किया और अज मैं अपना ब्यूटी पार्लर खोलिया और बहुत अच्छा चल रहा है। और सब तो बड़ा थैंक्स उन्हों का जो इन्होंने स्कीम खोली है बच्चों ਨੂੰ अपना काम स्टार्ट करने ਲਈ, ਅੱਗੇ ਵਧਣ ਦੇ ਲਈ ਕਿ ਜੇ ਮੈਂ ਇੱਕ ਲੜਕੀ ਹੋ ਕੇ ਕੰਮ ਕਰ ਸਕਦੀ ਹਾਂ ਲੋਨ ਲੈ ਕੇ। ਅੱਜ ਮੇਰਾ ਬਹੁਤ ਵਧੀਆ ਸਲੂਨ ਚੱਲ ਰਿਹਾ। ਇਸੇ ਤਰ੍ਹਾਂ ਸ਼ਾਸਤਰੀ ਮਾਰਕੀਟ ਇਲਾਕੇ ਵਿੱਚ ਬੁਟੀਕ ਚਲਾਉਣ ਵਾਲੀ ਇਮਰਾਨਾ ਦਾ ਕਹਿਣਾ ਹੈ ਕਿ ਉਸਨੇ 2017 ਵਿੱਚ ਕਰਜ਼ ਲਿਆ ਅਤੇ ਅੱਜ ਉਹ ਇਸ ਕਰਜ਼ ਦੀ ਮਦਦ ਨਾਲ ਪੂਰੀ ਕਾਮਯਾਬੀ ਨਾਲ ਆਪਣਾ ਬੁਟੀਕ ਦਾ ਕਾਰੋਬਾਰ ਚਲਾ ਰਹੀ है। मैं पहले बहुत स्ट्रगल कर चुकी हूँ। मैंने बड़ी कोशिश है कि कहीं हर जगह मैंने जॉब के लिए ट्राई किया, कभी कहीं, लेकिन जॉब वही मिलती थी लिमिट सी, जो कि मतलब या तो घर चला लो या अपने खर्चे कर लो पूरे, है ना। फिर उसके बाद हमें पता लगा कि एक स्कीम है मुद्रा लोन,
ठीक है, हमें बैंक के थ्रू पता लगा कि एक स्कीम है मुद्रा लोन, जिसमें कि हम लेडीज़ों को बहुत सपोर्ट मिल जाती है, बहुत सहायता मिल जाती है। तो फिर मैंने इस करके एक लोन लिया, छोटा सा लोन अप्लाई किया, लेकिन मुझे वो लोन मिल गया ईजिली। तो उसके थ्रू मैंने ये अपना एक काम शुरू किया है, जो कि बुटीक खोल रखा है मैंने अपना। और इस बुटीक पे मतलब कि मुझे तो मिला ही मिला वर्क, साथ में मेरे पास 5 वर्कर और हैं जिनको मेरे थ्रू उनको भी काम मिला, उनको भी रोज़गार मिला। स्कीम बहुत बेस्ट है। बुटीक चलाते हुए मुझे 14 साल हो गए, लेकिन पहले जो था इतना नहीं ग्रोथ किया हुआ था। पहले कम थी मेरे पास, बहुत छोटा, मतलब एक मशीनें कर रख के ही मैं अपना काम चलाती थी। ठीक है, धीरे धीरे 2014 से मैं 2017 तक आई। 17 में मुझे जाके पता लगा कोई मुद्रा लोन है और हमें मतलब बहुत सपोर्ट मिल जाएगी इस चीज़ की। फिर मैंने वो मुद्रा लोन ले लिया। उसको लेने के बाद मेरा काम काफ़ी बढ़ा लिया अपना। हाँ, उससे बहुत बेनिफिट मिला, बहुत अच्छा है सर। ये मुद्रा लोन जो है वो हम लेडीज़ों के लिए बहुत अच्छा है, बिजनेस के लिए तो बहुत ही अच्छा है। ਨਵੀਂ ਪੀੜ੍ਹੀ ਦੇ ਚਾਹਵਾਨ ਨੌਜਵਾਨਾਂ ਵਿੱਚ ਉਦਮਤਾ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਹੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਸ਼ੁਰੂ ਕੀਤੀ ਗਈ ਸੀ ਅਤੇ ਅੱਜ ਇਹ ਆਪਣੇ ਟੀਚੇ ਵਿੱਚ ਕਾਮਯਾਬ ਹੁੰਦੀ ਦਿਖਾਈ ਦੇ ਰਹੀ ਹੈ। ਸੁਤੰਤਰ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ, ਦੂਰਦਰਸ਼ਨ ਸਮਾਚਾਰ, ਜਲੰਧਰ। ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਰਾਸ਼ਨ ਦੀਆਂ ਦੁਕਾਨਾਂ ਸਮੇਤ ਹੋਰਨਾਂ ਮਾਧਿਅਮਾਂ ਰਾਹੀਂ ਫੋਰਟੀਫਾਈਡ ਚੌਲ ਵੰਡਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੈਬਨਿਟ ਦੇ ਫੈਸਲਿਆਂ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤੀ ਖੁਰਾਕ ਨਿਗਮ ਅਤੇ ਸਟੇਟ ਏਜੰਸੀਆਂ ਨੇ ਸਪਲਾਈ ਤੇ ਡਿਸਟ੍ਰੀਬਿਊਸ਼ਨ ਲਈ 88.65 ਲੱਖ ਮੀਟ੍ਰਿਕ ਟਨ ਫੋਰਟੀਫਾਈਡ ਚੌਲਾਂ ਦੀ ਖਰੀਦ ਕੀਤੀ ਹੈ। ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 15 ਅਗਸਤ ਨੂੰ ਇਹ ਐਲਾਨ ਕੀਤਾ ਸੀ ਕਿ ਕੁਪੋਸ਼ਣ ਦੀ ਸਮੱਸਿਆ ਦੂਰ ਕਰਨ ਲਈ ਸਰਕਾਰ ਮਿਡ ਡੇ ਮੀਲ ਵਰਗੀਆਂ ਵੱਖ-ਵੱਖ ਯੋਜਨਾਵਾਂ ਰਾਹੀਂ ਗਰੀਬਾਂ ਨੂੰ ਫੋਰਟੀਫਾਈਡ ਚੌਲ ਉਪਲਬਧ ਕਰਾਏਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਮਾਮਲੇ ਤੇ ਸੂਬਿਆਂ ਉੱਤੇ ਕੋਈ ਬੋਝ ਨਹੀਂ ਪਾਇਆ ਹੈ। ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਮਾਰਚ 2023 ਤੱਕ ਦੇਸ਼ ਦੇ 112 ਜ਼ਿਲ੍ਹਿਆਂ ਵਿੱਚ ਇਸ ਯੋਜਨਾ ਨੂੰ ਲਾਗੂ ਕੀਤਾ ਜਾਵੇਗਾ, ਜਦਕਿ ਸੰਨ 2024 ਤੱਕ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਸ ਸਕੀਮ ਨੂੰ 3 ਫੇਜ਼ ਵਿੱਚ ਲਾਗੂ ਕਰ ਦਿੱਤਾ ਜਾਵੇਗਾ। ਮਾਰਚ 2024 ਤੱਕ ਇਸ ਪਹਿਲ ਤੇ 4270 ਕਰੋੜ ਰੁਪਏ ਖਰਚ ਆਵੇਗਾ। ਉਨ੍ਹਾਂ ਕਿਹਾ ਕਿ PM ਪੋਸ਼ਣ ਮੁਹਿੰਮ ਤਹਿਤ ਵੀ ਮਾਈਕਰੋ ਨਿਊਟ੍ਰੀਐਂਟ ਵਾਲੇ ਚੌਲ ਦਿੱਤੇ ਜਾਣਗੇ। ਕੇਂਦਰੀ ਸਿਹਤ ਮੰਤਰਾਲਾ ਨੇ ਦੇਸ਼ ਵਿੱਚ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ 10 ਅਪ੍ਰੈਲ ਤੋਂ ਬੂਸਟਰ ਡੋਜ਼ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਇਹ ਡੋਜ਼ ਪ੍ਰਾਈਵੇਟ ਟੀਕਾਕਰਨ ਕੇਂਦਰਾਂ ਤੇ ਹੀ ਉਪਲਬਧ ਹੋਵੇਗੀ। ਮੰਤਰਾਲਾ ਮੁਤਾਬਕ ਉਹ ਸਾਰੇ ਵਿਅਕਤੀ ਜਿਹੜੇ 18 ਸਾਲ ਤੋਂ ਵੱਧ ਉਮਰ ਦੇ ਨੇ ਅਤੇ ਦੂਜੀ ਖੁਰਾਕ ਲੈਣ ਮਗਰੋਂ 9 ਮਹੀਨੇ ਪੂਰੇ ਕਰ ਚੁੱਕੇ ਨੇ, ਇਸ ਬੂਸਟਰ ਡੋਜ਼ ਲੈਣ ਦੇ ਯੋਗ ਹੋਣਗੇ। ਸਰਕਾਰੀ ਟੀਕਾਕਰਨ ਕੇਂਦਰਾਂ ਤੇ ਸਿਹਤ ਕਾਮਿਆਂ, ਫਰੰਟਲਾਈਨ ਵਰਕਰਾਂ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਡੋਜ਼ ਮੁਫਤ ਮਿਲਣ ਦੀ ਸਹੂਲਤ ਜਾਰੀ ਰਹੇਗੀ। ਮੰਤਰਾਲਾ ਮੁਤਾਬਕ ਦੇਸ਼ ਵਿੱਚ 15 ਸਾਲ ਤੋਂ ਵੱਧ ਉਮਰ ਦੀ ਆਬਾਦੀ ਵਿੱਚੋਂ ਤਕਰੀਬਨ 96% ਨੂੰ ਕੋਵਿਡ ਰੋਕੂ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਦਿੱਤੀ ਜਾ ਚੁੱਕੀ ਹੈ, ਜਦਕਿ 83% ਨੂੰ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਨੇ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ-ਪ੍ਰਮੰਨੇ ਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਦੇ ਬਾਰੇ ਵਿੱਚ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਅਮਰ ਆਜ਼ਾਦੀ ਘੁਲਾਟੀਏ ਮੰਗਲ ਪਾਂਡੇ, ਦਲੇਰ ਅਤੇ ਨਿਡਰ ਮੀਜ਼ੋ ਆਜ਼ਾਦੀ ਸੰਗਰਾਮੀ ਰੋਪੂ ਇਲਿਆਨੀ ਅਤੇ ਮਹਾਨ ਕ੍ਰਾਂਤੀਦੂਤ ਅਤੇ ਸਾਹਿਤਕਾਰ ਬੰਕਿਮ ਚੰਦਰ ਚੈਟਰਜੀ ਬਾਰੇ ਜਾਣਕਾਰੀ ਦੇ ਰਹੇ ਹਾਂ। 8 ਅਪ੍ਰੈਲ ਭਾਰਤੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਵਿੱਚ ਲਹੂ ਨਾਲ ਰੰਗਿਆ ਇੱਕ ਅਮਿੱਟ ਦਿਹਾੜਾ ਹੈ। 1857 ਚ ਅੱਜ ਦੇ ਦਿਨ ਅਮਰ ਆਜ਼ਾਦੀ ਘੁਲਾਟੀਏ ਮੰਗਲ ਪਾਂਡੇ ਨੂੰ ਬੈਰਕਪੁਰ ਚ ਫਾਂਸੀ ਦਿੱਤੀ ਗਈ ਸੀ। ਮੰਗਲ ਪਾਂਡੇ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਨਾਲ ਸੰਬੰਧਿਤ ਸੀ ਅਤੇ ਬੈਰਕਪੁਰ ਚ 34ਵੀਂ ਬੰਗਾਲ ਇਨਫੈਂਟਰੀ ਚ ਸਿਪਾਹੀ ਸੀ। 1857 ਚ ਬਰਤਾਨਵੀ ਫੌਜ ਨੇ ਆਪਣੇ ਸਿਪਾਹੀਆਂ ਨੂੰ ਇੱਕ ਨਵੀਂ ਐਨਫੀਲਡ ਰਾਈਫਲ ਦਿੱਤੀ, ਜਿਸ ਨੂੰ ਲੋਡ ਕਰਨ ਲਈ ਗਰੀਸ ਕੀਤੇ ਗਏ ਕਾਰਤੂਸ ਦੇ ਸਿਰੇ ਨੂੰ ਦੰਦ ਨਾਲ ਛਿਲਣਾ ਪੈਂਦਾ ਸੀ। ਇਹ ਅਫਵਾਹ ਫੈਲ ਗਈ ਕਿ ਕਾਰਤੂਸ ਦੀ ਚਿਕਨਾਹਟ ਵਿੱਚ ਗਾਂ ਜਾਂ ਸੂਰ ਦੀ ਚਰਬੀ ਦੀ ਵਰਤੋਂ ਕੀਤੀ ਗਈ ਹੈ। ਸਿਪਾਹੀਆਂ ਨੂੰ ਭਰੋਸਾ ਹੋ ਗਿਆ ਕਿ ਅੰਗਰੇਜ਼ਾਂ ਨੇ ਜਾਣ-ਬੁੱਝ ਕੇ ਕਾਰਤੂਸ ਤੇ ਚਰਬੀ ਦੀ ਵਰਤੋਂ ਕੀਤੀ ਹੈ। 29 ਮਾਰਚ 1857 ਨੂੰ ਪਾਂਡੇ ਨੇ ਆਪਣੇ ਸਾਥੀ ਸਿਪਾਹੀਆਂ ਨੂੰ ਬਰਤਾਨਵੀ ਅਫਸਰਾਂ ਖਿਲਾਫ ਬਗਾਵਤ ਕਰਨ ਲਈ ਕਿਹਾ। ਮੰਗਲ ਪਾਂਡੇ ਨੇ 2 ਅਫਸਰਾਂ ਤੇ ਹਮਲਾ ਕੀਤਾ ਤੇ ਮਗਰੋਂ ਆਪਣੇ ਆਪ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਬਰਤਾਨਵੀ ਫੌਜਾਂ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ ਤੇ ਫੌਰੀ ਸੁਣਵਾਈ ਹੋਈ ਅਤੇ ਮੰਗਲ ਪਾਂਡੇ ਨੂੰ ਮੌਤ ਦੀ ਸਜ਼ਾ ਸੁਣਾਈ ਗਈ।
ਕੋਰਟ ਮਾਰਸ਼ਲ ਤੋਂ ਬਾਅਦ ਮੰਗਲ ਪਾਂਡੇ ਨੂੰ 8 ਅਪ੍ਰੈਲ 1857 ਚ ਬੈਰਕਪੁਰ ਵਿਖੇ ਫਾਂਸੀ ਦੇ ਦਿੱਤੀ ਗਈ। ਇਸ ਘਟਨਾ ਤੋਂ 1 ਮਹੀਨੇ ਬਾਅਦ 10 ਮਈ 1857 ਚ ਮੇਰਠ ਵਿੱਚ ਸਿਪਾਹੀਆਂ ਨੇ ਬਗਾਵਤ ਕਰ ਦਿੱਤੀ, ਜਿਸ ਨਾਲ 1857 ਦੀ ਆਜ਼ਾਦੀ ਦੀ ਪਹਿਲੀ ਲੜਾਈ ਦਾ ਜਨਮ ਹੋਇਆ। ਦੇਸ਼ ਦੇ ਇਸ ਮਹਾਨ ਸਪੂਤ ਨੂੰ ਸ਼ਤ-ਸ਼ਤ ਨਮਨ। ਅੱਜ ਅਸੀਂ ਦਲੇਰ ਅਤੇ ਨਿਡਰ ਮਿਰਜ਼ੋ ਆਜ਼ਾਦੀ ਕੋਲਾਟੀਏ ਰੋਏ ਪੁਲਿਆਨੀ ਨੂੰ ਵੀ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ। ਮਹਾਨ ਮਿਰਜ਼ੋ ਚੀਫ ਲਾਲ ਸਵੁੰਗਾ ਦੀ ਧੀ ਰੋਏ ਪੁਲਿਆਨੀ ਦਾ ਜਨਮ 1828 ਵਿੱਚ ਹੋਇਆ ਸੀ। ਉਹਨਾਂ ਦਾ ਵਿਆਹ ਦੱਖਣੀ ਲੁਸ਼ਈ ਪਹਾੜੀਆਂ ਦੇ ਸਰਦਾਰ ਵਡੂਲਾ ਨਾਲ ਹੋਇਆ ਸੀ। 1890 ਦੇ ਸ਼ੁਰੂਆਤ ਵਿੱਚ ਬਰਤਾਨਵੀ ਫੌਜ ਨੇ ਕੁਝ ਮਿਰਜ਼ੋ ਖੇਤਰਾਂ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਮਿਰਜ਼ੋ ਦੇ ਮੁਖੀਆਂ ਨੇ ਬਰਤਾਨਵੀ ਫੌਜ ਦੀ ਸਰਦਾਰੀ ਨੂੰ ਸਵੀਕਾਰ ਨਹੀਂ ਕੀਤਾ। ਰੋਏ ਪੁਲਿਆਨੀ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਮੁਖੀ ਦਾ ਅਧਿਕਾਰ ਸੰਭਾਲ ਲਿਆ ਅਤੇ ਆਪੇ ਪਿੰਡ ਰਾਲ ਵਾਵੰਗ ਤੋਂ ਰਾਜ ਸ਼ੁਰੂ ਕਰ ਦਿੱਤਾ। ਉਹਨਾਂ ਨੇ ਬਰਤਾਨਵੀ ਅਧਿਕਾਰੀਆਂ ਨੂੰ ਚੁਣੌਤੀ ਦਿੱਤੀ ਅਤੇ ਅੰਗਰੇਜ਼ਾਂ ਦੇ ਹੁਕਮਾਂ ਨੂੰ ਠੁਕਰਾਉਣ ਲਈ ਉਤਸ਼ਾਹਿਤ ਕੀਤਾ। ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਸਾਰਿਆਂ ਨੇ ਅੰਗਰੇਜ਼ਾਂ ਅੱਗੇ ਗੋਡੇ ਟੇਕ ਦਿੱਤੇ ਨੇ, ਪਰ ਮੈਂ ਲਾਲ ਸਵੁੰਗਾ ਦੀ ਧੀ ਇੱਥੇ ਡਟੀ ਹੋਈ ਹਾਂ। ਅਸੀਂ ਕਦੇ ਵੀ ਵਿਦੇਸ਼ੀ ਸ਼ਾਸਕਾਂ ਅੱਗੇ ਆਤਮ ਸਮਰਪਣ ਨਹੀਂ ਕਰਾਂਗੇ। ਰੋਏ ਪੁਲਿਆਨੀ ਅੰਗਰੇਜ਼ਾਂ ਦੇ ਵਿਰੋਧ ਦਾ ਸ਼ਕਤੀ ਪੁੰਜ ਅਤੇ ਮਿਰਜ਼ੋ ਲੋਕਾਂ ਨੂੰ ਇਕਜੁੱਟ ਕਰਨ ਦਾ ਪ੍ਰਤੀਕ ਬਣ ਗਈ। ਉਹਨਾਂ ਦੇ ਵਿਰੋਧ ਤੋਂ ਨਿਰਾਸ਼ ਹੋ ਕੇ ਅੰਗਰੇਜ਼ਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਕਈ ਮੁਹਿੰਮਾਂ ਚਲਾਈਆਂ। ਅਜਿਹੀ ਇੱਕ ਮੁਹਿੰਮ ਦੌਰਾਨ ਲੈਫਟੀਨੈਂਟ ਸੂਅਰਡ 2 ਹੋਰ ਬਰਤਾਨਵੀ ਫੌਜੀਆਂ ਨਾਲ ਮਾਰਿਆ ਗਿਆ ਸੀ। ਰੋਏ ਪੁਲਿਆਨੀ ਅਤੇ ਉਸਦੇ ਪੁੱਤਰ ਲਾਲ ਥੁਆਮਾ ਤੇ ਹੋਰਨਾਂ ਮੁਖੀਆਂ ਨੂੰ ਭੜਕਾਉਣ ਅਤੇ ਉਕਸਾਉਣ ਦਾ ਦੋਸ਼ ਲਗਾਇਆ ਗਿਆ ਸੀ। ਬਾਅਦ ਵਿੱਚ ਬਰਤਾਨਵੀ ਸਿਪਾਹੀ ਰੋਏ ਪੁਲਿਆਨੀ ਨੂੰ ਗ੍ਰਿਫਤਾਰ ਕਰਨ 'ਚ ਸਫਲ ਹੋ ਗਏ। ਗ੍ਰਿਫਤਾਰੀ ਤੋਂ ਬਾਅਦ ਵੀ ਅੰਗਰੇਜ਼ਾਂ ਨੂੰ ਡਰ ਸੀ ਕਿ ਰੋਏ ਪੁਲਿਆਨੀ ਨੂੰ ਕੈਦੀ ਦੇ ਤੌਰ ਤੇ ਦੇਖਣ ਨਾਲ ਸਥਾਨਕ ਲੋਕਾਂ 'ਚ ਤਣਾਅ ਅਤੇ ਰੋਸ ਵਧੇਗਾ। 8 ਅਪ੍ਰੈਲ 1894 ਨੂੰ ਚਟਗਾਉਂ ਜੇਲ੍ਹ 'ਚ ਉਹਨਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਅਤੇ ਤਕਰੀਬਨ 2 ਸਾਲ ਤੱਕ ਉੱਥੇ ਕੈਦ ਰੱਖਿਆ ਗਿਆ, ਜਿਸ ਦੌਰਾਨ ਰੋਏ ਪੁਲਿਆਨੀ ਦੀ ਜੇਲ੍ਹ ਵਿੱਚ ਹੀ ਮੌਤ ਹੋ ਗਈ। ਆਜ਼ਾਦੀ ਦੀ ਲੜਾਈ ਦੀ ਪ੍ਰੇਰਨਾਦਾਇਕ ਵਿਰਾਸਤ ਨੂੰ ਉਹ ਪਿੱਛੇ ਛੱਡ ਸਾਰਿਆਂ ਨੂੰ ਅਲਵਿਦਾ ਕਹਿ ਗਏ। ਦੇਸ਼ ਦੀ ਮਿੱਟੀ ਦੀ ਇਸ ਮਹਾਨ ਧੀ ਨੂੰ ਸਾਡਾ ਦਿਲੋਂ ਸਲਾਮ। ਅੱਜ ਅਸੀਂ ਮਹਾਨ ਕ੍ਰਾਂਤੀ ਦੂਤ ਤੇ ਸਾਹਿਤਕਾਰ ਬੰਕਿਮ ਚੰਦਰ ਚੱਟੋਪਾਧਿਆਏ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਨੂੰ ਬੰਕਿਮ ਚੰਦਰ ਚੈਟਰਜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। 8 ਅਪ੍ਰੈਲ 1894 ਨੂੰ ਉਹਨਾਂ ਦੀ ਮੌਤ ਹੋ ਗਈ। ਉਹਨਾਂ ਨੂੰ ਭਾਰਤ ਦੇ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ ਲੇਖਕ ਦੇ ਤੌਰ ਤੇ ਹਮੇਸ਼ਾ ਯਾਦ ਕੀਤਾ ਜਾਂਦਾ ਹੈ। ਬੰਕਿਮ ਚੰਦਰ ਦਾ ਜਨਮ 27 ਜੂਨ 1838 ਨੂੰ ਬੰਗਾਲ ਦੇ 24 ਪਰਗਨਾ ਜ਼ਿਲ੍ਹੇ 'ਚ ਹੋਇਆ ਸੀ। ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਉਹਨਾਂ ਨੂੰ ਬੰਗਾਲ ਦਾ ਡਿਪਟੀ ਕਲੈਕਟਰ ਬਣਾਇਆ ਗਿਆ। ਬੰਕਿਮ ਚੰਦਰ ਨੇ ਆਪਣੇ ਸਾਹਿਤਕ ਜੀਵਨ ਦੀ ਸ਼ੁਰੂਆਤ ਕਵਿਤਾ ਲਿਖਣ ਨਾਲ ਕੀਤੀ। ਬੰਗਾਲੀ ਭਾਸ਼ਾ 'ਚ ਉਹਨਾਂ ਦਾ ਪਹਿਲਾ ਨਾਵਲ ਦੂਰਗੇਸ਼ ਨੰਦਨੀ 1865 ਵਿੱਚ ਪ੍ਰਕਾਸ਼ਿਤ ਹੋਇਆ ਸੀ। ਉਹਨਾਂ ਦਾ ਸਭ ਤੋਂ ਪ੍ਰਸਿੱਧ ਨਾਵਲ ਆਨੰਦ ਮੱਠ ਹੈ, ਜਿਹੜਾ ਪ੍ਰਸਿੱਧ ਸੰਨਿਆਸੀ ਵਿਦਰੋਹ ਤੇ ਆਧਾਰਿਤ ਹੈ। ਆਨੰਦ ਮੱਠ ਉਪਨਿਆਸ ਵਿੱਚ ਹੀ ਵੰਦੇ ਮਾਤਰਮ ਗੀਤ ਸੰਕਲਿਤ ਕੀਤਾ ਗਿਆ, ਜਿਸ ਨੂੰ ਬਾਅਦ ਵਿੱਚ ਸਾਡੇ ਰਾਸ਼ਟਰ ਗੀਤ ਦਾ ਦਰਜਾ ਮਿਲਿਆ। ਬੰਕਿਮ ਚੰਦਰ ਆਪਣੀਆਂ ਸਾਹਿਤਕ ਰਚਨਾਵਾਂ ਤੇ ਮੁਹਿੰਮਾਂ ਰਾਹੀਂ ਬੰਗਾਲੀ ਭਾਸ਼ੀ ਲੋਕਾਂ ਦੀ ਬੁੱਧੀ ਨੂੰ ਜਾਗਰੂਕ ਕਰਕੇ ਬੰਗਾਲ ਵਿੱਚ ਸੱਭਿਆਚਾਰਕ ਪੁਨਰ ਜਾਗਰਣ ਲਿਆਉਣਾ ਚਾਹੁੰਦੇ ਸਨ। ਉਹਨਾਂ ਦੇ ਨਾਵਲਾਂ ਦਾ ਦੇਸ਼ ਦੀਆਂ ਲਗਭਗ ਸਾਰੀਆਂ ਪ੍ਰਮੁੱਖ ਭਾਸ਼ਾਵਾਂ 'ਚ ਅਨੁਵਾਦ ਕੀਤਾ ਗਿਆ ਸੀ। ਬੰਕਿਮ ਚੰਦਰ ਦੀ ਮੌਤ 8 ਅਪ੍ਰੈਲ 1894 ਨੂੰ ਹੋਈ। ਅਸੀਂ ਇਸ ਮਹਾਨ ਰਾਸ਼ਟਰਵਾਦੀ ਸਾਹਿਤਕਾਰ ਨੂੰ ਸ਼ਤ-ਸ਼ਤ ਨਮਨ ਕਰਦੇ ਹਾਂ। ਪੰਜਾਬ ਬੀਜੇਪੀ ਦੇ ਮੁੱਖ ਬੁਲਾਰੇ ਅਨਿਲ ਸਰੀਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ। ਲੁਧਿਆਣਾ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਕਿਹਾ ਕਿ ਗਰੀਬਾਂ ਨੂੰ ਪੱਕੇ ਮਕਾਨ ਦੇਣ ਦੀ ਇਹ ਮੁਹਿੰਮ ਸਿਰਫ ਇੱਕ ਯੋਜਨਾ ਨਹੀਂ ਹੈ, ਬਲਕਿ ਸਮਾਜ ਦੇ ਗਰੀਬ ਅਤੇ ਵਾਂਝੇ ਵਰਗਾਂ ਨੂੰ ਭਰੋਸਾ ਦਿਵਾਉਣ ਲਈ ਨਰਿੰਦਰ ਮੋਦੀ ਸਰਕਾਰ ਦੀ ਵਚਨਬੱਧਤਾ ਅਤੇ ਪਹਿਲਕਦਮੀ ਹੈ। ਅਨਿਲ ਸਰੀਨ ਨੇ ਕਿਹਾ ਕਿ ਪੰਜਾਬ ਵਿੱਚ ਇਸ ਯੋਜਨਾ ਤਹਿਤ 1,60,085 ਮਕਾਨਾਂ ਦੀ ਉਸਾਰੀ ਦੀ ਮਨਜ਼ੂਰੀ ਦਿੱਤੀ ਗਈ, ਜਿਨ੍ਹਾਂ ਵਿੱਚੋਂ 53,041 ਮਕਾਨ ਸ਼ਹਿਰੀ ਖੇਤਰਾਂ ਵਿੱਚ ਬਣਵਾ ਕੇ ਲਾਭਪਾਤਰੀਆਂ ਨੂੰ ਦਿੱਤੇ ਜਾ ਚੁੱਕੇ ਨੇ। ਇਸ ਤੇ ਕੇਂਦਰ ਸਰਕਾਰ ਨੇ 1,294 ਕਰੋੜ 36 ਲੱਖ ਰੁਪਏ ਖਰਚ ਕੀਤੇ ਨੇ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਪੇਂਡੂ ਖੇਤਰਾਂ ਵਿੱਚ 23,115 ਘਰ ਬਣਾਏ ਗਏ ਨੇ, ਜਿਨ੍ਹਾਂ ਤੇ 310 ਕਰੋੜ 75 ਲੱਖ ਰੁਪਏ ਖਰਚ ਹੋਏ ਨੇ। ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿੱਚ ਇਨੀ ਦਿਨੀ ਕਣਕ ਦੀ ਸਰਕਾਰੀ ਖਰੀਦ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ ਭਾਰਤੀ ਖੁਰਾਕ ਨਿਗਮ ਦੇ CMD ਆਤਿਸ਼ ਚੰਦਰਾ ਨੇ ਰਾਜਪੁਰਾ ਮੰਡੀ ਦਾ ਦੌਰਾ ਕੀਤਾ। ਉਹਨਾਂ ਮੰਡੀ ਵਿੱਚ ਚੱਲ ਰਹੇ ਕਣਕ ਖਰੀਦ ਦੇ ਕੰਮਕਾਜ ਨੂੰ ਵੇਖਿਆ ਤੇ ਤਸੱਲੀ ਦਾ ਇਜ਼ਹਾਰ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਅਪ੍ਰੈਲ ਨੂੰ ਆਕਾਸ਼ਵਾਣੀ ਤੋਂ ਪ੍ਰਸਾਰਿਤ ਹੋਣ ਵਾਲੇ ਮਨ ਕੀ ਬਾਤ ਪ੍ਰੋਗਰਾਮ ਲਈ ਲੋਕਾਂ ਨੂੰ ਵਿਚਾਰ ਅਤੇ ਸੁਝਾਅ ਭੇਜਣ ਲਈ ਆਖਿਆ ਹੈ। ਆਪਣੇ ਇੱਕ ਟਵੀਟ ਵਿੱਚ ਉਹਨਾਂ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਬਿਲਕੁਲ ਜ਼ਮੀਨੀ ਪੱਧਰ ਤੇ ਤਬਦੀਲੀ ਲਿਆਉਣ ਵਾਲੇ ਅਨੂਠੇ ਅਨੁਭਵ ਸਾਂਝਾ ਕਰਨ ਦਾ ਮੌਕਾ ਮਿਲਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲੋਕ MyGov ਅਤੇ ਨਮੋ ਐਪ ਤੇ ਸੁਝਾਅ ਭੇਜ ਸਕਦੇ ਨੇ ਜਾਂ ਫਿਰ 1800 117800 ਤੇ ਆਪਣੇ ਵਿਚਾਰ ਰਿਕਾਰਡ ਕਰਵਾ ਸਕਦੇ ਨੇ। ਫੋਨ ਲਾਈਨਾਂ 22 ਅਪ੍ਰੈਲ ਤੱਕ ਖੁੱਲ੍ਹੀਆਂ ਰਹਿਣਗੀਆਂ। ਇਸ ਤੋਂ ਇਲਾਵਾ 1922 ਤੇ ਮਿਸਡ ਕਾਲ ਰਾਹੀਂ ਮਿਲਣ ਵਾਲੇ ਲਿੰਕ ਤੇ SMS ਭੇਜ ਕੇ ਵੀ ਸਿੱਧੇ ਪ੍ਰਧਾਨ ਮੰਤਰੀ ਤੱਕ ਸੁਝਾਅ ਭੇਜੇ ਜਾ ਸਕਦੇ ਨੇ। ਪੰਜਾਬ ਸਮੇਤ ਹੋਰਨਾਂ ਗੁਆਂਢੀ ਸੂਬਿਆਂ ਵਿੱਚ ਮੌਸਮ ਲਗਾਤਾਰ ਗਰਮ ਬਣਿਆ ਹੋਇਆ ਹੈ। ਤਾਪਮਾਨ ਵਿੱਚ ਰੋਜ਼ਾਨਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਨੇ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਗਰਮੀ ਦੀ ਲਹਿਰ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ ਕੁਝ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਗਰਮ ਹਵਾਵਾਂ ਵੀ ਚੱਲ ਸਕਦੀਆਂ ਨੇ। ਪੰਜਾਬ ਰੈਜੀਮੈਂਟਲ ਸੈਂਟਰ ਆਪਣੇ ਸਾਬਕਾ ਸੈਨਿਕਾਂ ਦੀ ਡਿਫੈਂਸ ਸਰਵਿਸ ਕੋਰ ਵਿੱਚ ਰੀ-ਇਨਰੋਲਮੈਂਟ ਲਈ ਰਾਮਗੜ੍ਹ ਕੈਂਟ ਝਾਰਖੰਡ ਵਿਖੇ 21 ਅਪ੍ਰੈਲ 2022 ਨੂੰ ਇੱਕ ਰੈਲੀ ਦਾ ਆਯੋਜਨ ਕਰ ਰਿਹਾ ਹੈ। ਡਿਫੈਂਸ ਸਰਵਿਸ ਕੋਰ ਵਿੱਚ ਰੀ-ਇਨਰੋਲਮੈਂਟ ਲਈ ਉਮੀਦਵਾਰ ਦੀ ਮੈਡੀਕਲ ਕੈਟਾਗਰੀ ਸ਼ੇਪ 1 ਅਤੇ ਚਰਿੱਤਰ ਵਧੀਆ ਹੋਣਾ ਚਾਹੀਦਾ ਹੈ। ਉਮੀਦਵਾਰ ਦੀ ਉਮਰ 46 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ, Facebook ਪੇਜ ਅਤੇ ਟਵਿੱਟਰ ਹੈਂਡਲ ਤੇ ਵੀ ਵੇਖ ਸਕਦੇ ਨੇ। ਇਸ ਦੇ ਨਾਲ ਹੀ ਸਾਡਾ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਮੈਂ ਸਟੂਡੀਓ ਤੋਂ ਬਾਹਰ ਜਾਣ ਲੱਗੇ ਮਾਸਕ ਪਹਿਨ ਕੇ ਜਾ ਰਿਹਾ ਹਾਂ। ਤੁਸੀਂ ਵੀ ਬਾਹਰ ਜਾਣ ਲੱਗੇ ਮਾਸਕ ਜ਼ਰੂਰ ਪਾਓ। ਇਜਾਜ਼ਤ ਦਿਓ। ਨਮਸਕਾਰ।